ਹਜ਼ੂਰ ਸਾਹਿਬ ਦੀ ਯਾਤਰਾ ਅਤੇ ਅਤੁੱਟ ਨਾਮ ਬਾਣੀ ਸਿਮਰਨ। ਭਾਈ ਜੋਧ ਸਿੰਘ ਜੀ ਦਾ ਬੇਗਮਪੁਰੇ ਦੀ ਸੈਰ ਦਾ ਦਰਸ਼ਨ ਅਤੇ ਬਚਨ ਬਿਲਾਸ ਸੰਤ ਜੀ ਦੇ ਚਿੱਤ ਸੱਚੇ ਦੇਸ਼ ਦੀ ਤਾਂਘ ਤਾਂ ਅੱਗੇ ਹੀ ਪੈਦਾ ਕਰ ਚੁੱਕੇ ਸਨ। ਹੁਣ ਪਿਤਾ ਜੀ ਦੇ ਚਲਾਣੇ ਦੀ ਖਬਰ ਨੇ ਮਨ ਤੇ ਹੋਰ ਸੱਟ ਮਾਰੀ ਕਿ ਦੁਨੀਆ ਤਾਂ ਚਲਦੀ ਸਲਾਹ ਹੈ, ਸਰੀਰ ਦਾ ਕੀ ਭਰੋਸਾ ਹੈ, ਪਤਾ ਨਹੀਂ ਕਿਸ ਵੇਲੇ ਜਵਾਬ ਦੇ ਜਾਵੇ। ਕੁਦਰਤੀ ਇਹਨਾਂ ਦਿਨਾਂ ਵਿੱਚ ਰਿਜ਼ਰਵ ਤਾਂ ਆਪ ਨੇ ਕਰਵਾ ਹੀ ਲਈ ਸੀ, ਸੋ ਕਿਸੇ ਨੂੰ ਦੱਸਣ ਤੋਂ ਬਗੈਰ ਡੇਰਾ ਗਾਜ਼ੀ ਖਾਂ ਤੋਂ ਸਿੱਧਾ ਹਜ਼ੂਰ ਸਾਹਿਬ ਦਾ ਰਾਹ ਲਿਆ। ਚਿੱਤ ਬੜਾ ਉਪਰਾਮ ਸੀ ਅਤੇ ਪੂਰਨ ਬੈਰਾਗ ਦੀ ਦਸ਼ਾ ਵਿੱਚ ਸੀ। ਮਨ ਵਿੱਚ ਠਾਣ ਲਿਆ ਕਿ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਪੈਦਲ ਹੀ ਜਾਣਾ ਹੈ। ਬਸ ਹੁਣ ਕੀ ਸੀ, ਮੁਖ ਤੋਂ ਇੱਕ ਰਸ ਸਿਮਰਨ ਦੀ ਤਾਰ ਵੱਜ ਗਈ ਅਤੇ ਹਿਰਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਤਸਵੀਰ ਨੇ ਨਿਵਾਸ ਕਰ ਲਿਆ। ਦਿਨ ਰਾਤ ਇਸੇ ਧਿਆਨ ਵਿੱਚ ਮਗਨ ਤੁਰੀ ਜਾਂਦੇ। ਕਿਧਰੇ ਸਰੀਰ ਥੱਕ ਜਾਂਦਾ, 2-4 ਘੜੀਆਂ ਆਰਾਮ ਵੀ ਕਰ ਲੈਂਦੇ ਅਤੇ ਧਰਮਸ਼ਾਲ ਤੋਂ ਰਸਦ ਲੈ ਕੇ ਪ੍ਰਸ਼ਾਦਾ ਸਜਾ ਲੈਂਦੇ। ਪਰ ਵੈਰਾਗ ਅਤੇ ਪ੍ਰੇਮ ਦਾ ਸਮੁੰਦਰ ਮਨ ਵਿੱਚ ਠਾਠਾਂ ਮਾਰ ਰਿਹਾ ਸੀ। ਕਿਹੜਾ ਵੇਲਾ ਹੋਵੇ ਕਿ ਸਤਿਗੁਰੂ ਪ੍ਰੀਤਮ ਦੀ ਦਰਗਾਹ ਵਿੱਚ ਅਪੜੀਏ ਅਤੇ ਚਰਨ ਧੂੜ ਵਿੱਚ ਲੇਟ ਕੇ ਸਰੀਰ ਨੂੰ ਪਵਿੱਤਰ ਕਰੀਏ। ਧੂੜੀ ਵਿੱਚ ਲੁੜੰਦੜੀ ਸੋਹਾਂ ਨਾਨਕ ਤੈ ਸਹਿ ਨਾਲੇ। ਖੱਬਾ ਪੈਰ ਚੁੱਕਦੇ ਤਾਂ ਵਾਹੇ ਆਖਦੇ ਅਤੇ ਸੱਜਾ ਪੈਰ ਚੁੱਕਦੇ ਤਾਂ ਗੁਰੂ ਆਖਦੇ। ਇਸ ਧੁਨ ਵਿੱਚ ਮਸਤ 100 ਮੀਲ ਨਿਕਲ ਜਾਂਦੇ। ਸੰਤ ਜੀ ਮਹਾਰਾਜ ਨੇ ਦਾਸ ਨੂੰ ਇਹ ਗੱਲ ਆਪ ਸਮਝਾਈ ਕਿ ਗੁਰੂ ਕਾ ਸਿੱਖ ਇਸ ਤਰ੍ਹਾਂ ਸ਼ਬਦ ਨਾਲ ਕਦਮ ਦੀ ਤਾਰ ਜੋੜ ਲਵੇ, ਰਾਤੋਂ ਰਾਤ 100 ਕੋ ਨੱਸਿਆ ਜਾਵੇ, ਨਹੀਂ ਥੱਕੇਗਾ। ਪੁਰਾਤਨ ਸਿੱਖਾਂ ਵਿੱਚ ਇਹ ਸ਼ਬਦ ਦੀ ਤਾਕਤ ਹੀ ਧਾਵਿਆਂ ਅਤੇ ਹੋਰ ਗੁਰਸੇਵਾ ਦੇ ਕੰਮਾਂ ਵਿੱਚ ਕੰਮ ਆਉਂਦੀ ਸੀ। ਅੰਮ੍ਰਿਤ ਵੇਲੇ ਸਤਿਗੁਰੂ ਦਾ ਹੁਕਮ ਯਾਦ ਕਰਕੇ ਫੇਰ ਕਿਸੀ ਨਦੀ ਟੋਬੇ ਦੇ ਕੰਢੇ ਜੰਗਲ ਦਿਸਾ ਹੋ ਕੇ ਇਸ਼ਨਾਨ ਕਰਦੇ ਅਤੇ ਰੱਬੀ ਯਾਦ ਵਿੱਚ ਮਸਤ ਹੋ ਬੈਠਦੇ। ਨਿਤਨੇਮ ਦੇ ਮਗਰੋਂ ਫਿਰ ਟੁਰ ਪੈਂਦੇ। ਇਸ ਤਰ੍ਹਾਂ ਟੁਰਦਿਆਂ ਟੁਰਦਿਆਂ ਕਈ ਪਹਾੜਾਂ ਵਿੱਚ ਸਾਬਤ ਪੱਥਰ ਦੇ ਘੜੇ ਹੋਏ ਸ਼ਿਵ ਜੀ ਮਹਾਰਾਜ ਦੇ ਗੱਡੇ ਥੰਮ ਚਿੰਨ੍ਹ ਨਜ਼ਰ ਆਉਂਦੇ ਅਤੇ ਸੰਤ ਜੀ ਮਹਾਰਾਜ ਦੇ ਮਨ ਵਿੱਚ ਇਹ ਖਿਆਲ ਆਉਂਦਾ ਕਿ ਐਸਾ ਸਾਧਨ ਕਰੀਏ ਕਿ ਮਨ ਨੂੰ ਅਹਿਲ ਲਈਏ। ਇਸ ਤਰ੍ਹਾਂ ਪ੍ਰੇਮ ਵੈਰਾਗ ਅਤੇ ਵਿਚਾਰ ਵਿੱਚ ਮੰਜ਼ਲਾਂ ਤੈਅ ਕਰਦਿਆਂ ਕਰਦਿਆਂ ਪਿਆਰੇ ਦੇ ਦਰਸ਼ਨ ਦਾ ਵਕਤ ਨੇੜੇ ਆ ਗਿਆ। ਉਂਝ ਤਾਂ ਸੰਤ ਜੀ ਦਾ ਸਾਰਾ ਸਫ਼ਰ ਸਤਿਗੁਰੂ ਕਲਗੀਆਂ ਵਾਲੇ ਜੀ ਦੀ ਹਾਜ਼ਰੀ ਵਿੱਚ ਹੀ ਸੀ, ਪਰ ਜਦ ਇੱਕ ਦਿਨ ਪਿਛਲੇ ਪਹਿਰ ਦੂਰੋਂ ਨੰਦੇੜ ਸ਼ਹਿਰ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਹਰਮੰਦਰ ਦਾ ਸੁਨਹਿਰੀ ਕਲਸ਼ ਨਜ਼ਰ ਆਇਆ ਤਾਂ ਮਨ ਪ੍ਰੇਮ ਦੀ ਇੱਕ ਬਿਸਮਾਦ ਰੰਗਣ ਵਿੱਚ ਰੰਗਿਆ ਗਿਆ। ਆਹਾ, ਹੁਣ ਇਸ ਭਾਗਾ ਵਾਲੀ ਧਰਤੀ ਦੇ ਦਰਸ਼ਨ ਹੋਣਗੇ ਜਿੱਥੇ ਮੇਰੇ ਚੋਜੀ ਪਿਤਾ ਨੇ ਮੀਰੀ ਅਤੇ ਪੀਰੀ ਦੇ ਕਈ ਕੋਤਕ ਵਰਤਾਏ। ਖਾਲਸਾ ਜੀ ਨੂੰ ਕਾਮਲ ਫਕੀਰੀ ਦਾ ਨਕਸ਼ਾ ਖਿੱਚ ਕੇ ਵਿਖਾਇਆ। ਭਾਈ ਮਾਧੋ ਦਾਸ ਨੂੰ ਉਸ ਦਾ ਮਾਣ ਤੋੜ ਕੇ ਇੱਕ ਨਿਗਾਹ ਨਾਲ ਨਿਵਾਜਿਆ ਅਤੇ ਬੰਦਾ ਬਹਾਦਰ ਬਣਾ ਕੇ ਆਪਣੀ ਖਾਸ ਸੇਵਾ ਬਖਸ਼ੀ ਤੇ ਆਪਣੇ ਕਲੇਜੇ ਵਿੱਚ ਖੰਜਰ ਮਰਵਾ ਕੇ ਖਾਲਸੇ ਨੂੰ ਅੰਤਮ ਬਲਿਦਾਨ ਦਾ ਸਬਕ ਸਿਖਾਇਆ। ਮੋਹ ਗ੍ਰਹਿ ਮੈਂ ਤਨ ਤੇ ਮਨ ਤੇ ਸਿਰ ਲਉ ਧਨ ਹੈ ਸਭ ਹੀ ਇਨਹੀ ਕੋ। ਪਾਤਸ਼ਾਹੀ 10ਵੀਂ। ਸਦਕੇ ਬਲਿਹਾਰੀ ਇਸ ਧਰਤੀ ਤੋਂ ਜਿਸ ਦੇ ਕਿਣਕੇ ਕਿਣਕੇ ਵਿੱਚੋਂ ਧੰਨ ਗੁਰੂ ਗੋਬਿੰਦ ਸਿੰਘ ਜੀ, ਧੰਨ ਗੁਰੂ ਗੋਬਿੰਦ ਸਿੰਘ ਜੀ ਦੀ ਅਰਸ਼ੀ ਗੂੰਜ ਆ ਰਹੀ ਹੈ। ਹੁਣ ਹਜ਼ੂਰ ਮਨ ਦੀਆਂ ਇੱਛਾ ਪੂਰੀਆਂ ਹੋਣਗੀਆਂ ਅਤੇ ਸੱਚੇ ਪਿਤਾ ਦੇ ਚਰਨਾਂ ਦੀ ਖੈਰਾਇਤ ਆਪਣੇ ਅਸਲੀ ਦੇਸ਼ ਦੇ ਦਰਸ਼ਨ ਹੋ ਜਾਣਗੇ।
इस प्रेम दे हुलारे विच संत सिपाही दरबार श्री अबचल नगर हजूर साहिब पहुंचया। चरण गंगा तो चरण धो के सिद्धा हजूरी विच आया अते बिस्मात दशा विच डंडोत कीती। बस डंडोत की सी, तन मन धन सब सौंप गुर को हुक्म मनिया पाईए दा एक जिउंदा जागदा नक्शा सी। चरण धूड़ दी छो अते अरशी खिच रोम रोम विच घर कर गई सी। हिरदे विच एक रस भरे प्रेम दी ऐसी लहर उठी कि इसे आनंद विच पए रहिए ते शरीर खालसा जी दे चरण धूड़ विच लय हो जावे। पर हुक्म मन्नण अते सतगुरु दी मर्यादा दी रो संत सिपाही दे हिरदे विच चल पई। अपने आप नूं संभालिया अते उठ के साध संगत दा दर्शन कीता। सामने पुजारी सिंह शस्त्र बस्तर सजाए हजूरी विच खड़े सन। दर्शनी दरबार विच श्री गुरु ग्रंथ साहिब जी दियां 5 बीड़ां प्रकाश सन। सज्जे पासे रागी सिंह कीर्तन कर रहे सन अते खब्बे पासे कुछ निहंग सिंह अते दखणी सिंह शस्त्र बस्तर सजाई बैठे सन। परिक्रमा विच गुरु दियां संगत एक पासे माई अते एक पासे भाई दर्शन दे रहे सन। ऐन सामने प्रकाश स्थान दी डाट दे उत्ते दशमेश पिता जी दी मुसव्वर दी बनाई हुई एक तस्वीर लगी हुई सी, मानो कि हूबहू गुरु गोबिंद सिंह महाराज जी दर्शन दे रहे हन। जद संत सिपाही दी इस वल नजर पई, अमृत भरे मृग नैन, अरशी सुंदर चेहरा, सोहना नक, नूरानी दाड़ा, प्रकाशक कलगी, सजीला दुआला, फुर्तीला सुडोल शरीर, शीवत पतली कमर, बीर आसन, बांकी कमान अते शस्त्र बस्तर दी तेज भरी सजावट हिरदे नूं वेद गई। घुट घुट के नैणा विच प्यारे दे दर्शन दा प्रेम रस लिया। फिर एक पासे गुठ विच बैठ के कीर्तन दे आनंद विच मगन हो गया। हुण रहराज साहिब दा वक्त हो गया। कीर्तनिया ने आसा राग दा एक शब्द पढ़ के हर जुग जुग भगत उपाया, पैज रखदा आया राम राजे। भोग दा शब्द पढ़िया अते सोदर दी गूंज उठाई। सोदर दे शुरू हुंदियां ही रहरासिया सिंह शस्त्र सजाई हजूरी विच आ हाजर होया अते सोदर दे भोग मगरों मधुर अते स्पष्ट आवाज विच रहराज साहिब दा पाठ करन लग पिया। सुन वड्डा आखै सब कोय, केवड़ वड्डा डिठा होए। बड़े आनंद भरे टिकाओ विच, जिस विच केवल खास खास विश्राम स्थानां ते सारी संगत दी वाहिगुरु जी का खालसा वाहिगुरु जी की फतेह दी प्रेम भरी गूंज उठदी रही। रहराज साहिब दा पाठ होया। फिर सारी संगत सावधान हुई अते रहराज साहिब दा अरदासा सोधिया गया। साडा संत यात्रु भी जो कि कीर्तन अते पाठ दे आनंद विच निमगन होया बैठा सी, अरदास दे आरंभ हुंदियां ही खड़ा हो गया अते महाराज दे चरणां विच बेनती कीती कि सच्चे पातशाह हुण अपने चरणां विच ही रख। अरदासे दे संपूर्ण हुंदियां सारी संगत ने नमस्कार कीती अते वाहिगुरु जी का खालसा वाहिगुरु जी की फतेह दी धुनी मंगरों संगत ने अबचल नगर गोविंद गुरु का नाम जपत सुख पाया राम दी गूंज उठाई अते सारे माई भाई बड़े प्रेम अते शरधा नाल साध संगत दी चरण तोड़ लैन लग पए। जो दिसै गुर सिखड़ा तिस निव निव लागों पाए जियो, आखां बिरथा जी की गुर सज्जन दे मिलाए जियो। वड्डा ग्रंथी जिसने के कीर्तन हुंदियां श्री गुरु ग्रंथ साहिब जी दा सुखासन कर लिया सी,
ਆਪਣੇ ਸੀਸ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲੈ ਕੇ ਹੌਲੀ ਹੌਲੀ ਦਰਸ਼ਨੀ ਦਰਬਾਰ ਵਿੱਚੋਂ ਪ੍ਰਕਰਮਾ ਵੱਲ ਵਧਿਆ। ਪਿੱਛੇ ਪਿੱਛੇ ਚੌਰ ਬਰਦਾਰ ਸਹਿਜੇ ਸਹਿਜੇ ਚੌਰ ਕਰਦਾ ਟੁਰਿਆ। ਹੁਣ ਮਾਈ ਭਾਈ ਨੇ ਗ੍ਰੰਥੀ ਸਿੰਘ ਜੀ ਦੇ ਚਰਨਾਂ ਤੇ ਸੀਸ ਰੱਖਿਆ ਅਤੇ ਮਹਾਰਾਜ ਨੂੰ, ਜੋ ਗ੍ਰੰਥੀ ਸਿੰਘ ਦੇ ਸੀਸ ਤੇ ਸੁਭਾਏਮਾਨ ਸੀ, ਮੱਥਾ ਟੇਕਿਆ, ਚਰਨ ਧੂੜੀ ਲਈ। ਗ੍ਰੰਥੀ ਸਿੰਘ ਸਾਧ ਸੰਗਤ ਦੀ ਭੀੜ ਵਿੱਚ ਟੁਰਿਆ ਗਿਆ। ਸਾਡੇ ਸੰਤ ਯਾਤਰੂ ਦੇ ਚਿੱਤ ਨੇ ਹੁਲਾਰਾ ਖਾਧਾ ਅਤੇ ਉਹ ਵੀ ਗ੍ਰੰਥੀ ਸਿੰਘ ਜੀ ਦੀ ਚਰਨ ਧੂੜ ਲੈਣ ਲਈ ਅੱਗੇ ਵਧਿਆ, ਪਰ ਇੱਕ ਸੇਵਕ ਨੇ ਰੋਕ ਦਿੱਤਾ। ਅਜੇ ਤੁਹਾਡਾ ਅਰਦਾਸਾ ਨਹੀਂ ਹੋਇਆ, ਤੁਸੀਂ ਅੰਦਰਲੀ ਪ੍ਰਕਰਮਾ ਵਿੱਚ ਨਹੀਂ ਜਾ ਸਕਦੇ। ਸੰਤ ਸਿਪਾਹੀ ਹੁਕਮੀ ਬੰਦਾ ਸੀ, ਉੱਥੇ ਹੀ ਖੜਾ ਹੋ ਗਿਆ ਅਤੇ ਸਾਧ ਸੰਗਤ ਦੇ ਦਰਸ਼ਨ ਦਾ ਇਸ ਥਾਂ ਟਿਕ ਕੇ ਆਨੰਦ ਲੈਣ ਲੱਗ ਪਿਆ। ਗ੍ਰੰਥੀ ਸਿੰਘ ਹੁਣ ਅੰਦਰਲੀ ਚੌਖੰਡੀ ਸੱਚੇ ਪਾਤਸ਼ਾਹ ਜੀ ਦਾ ਅੰਗੀਠਾ ਦੇ ਤੀਸਰੇ ਦਰਵਾਜ਼ੇ ਅੱਗੇ ਅੱਪੜਿਆ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਪੁਜਾਰੀ ਸਿੰਘ, ਜੋ ਚੌਖੰਡੀ ਦੇ ਅੰਦਰ ਸੀ, ਦੇ ਹਵਾਲੇ ਕੀਤੀ। ਇਸੇ ਤਰ੍ਹਾਂ ਸ਼ਬਦ ਪੜ੍ਹਦਿਆਂ ਅਤੇ ਪ੍ਰਕਰਮਾ ਕਰਦਿਆਂ ਚੌਖੰਡੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੀੜਾਂ ਬਿਰਾਜਮਾਨ ਹੋਈਆਂ ਅਤੇ ਇੱਕ ਬੀੜ ਬਾਹਰੀ ਦਰਸ਼ਨੀ ਪ੍ਰਕਾਸ਼ ਸਥਾਨ ਵਿੱਚ ਸਜੀ ਰਹੀ। ਫਿਰ ਬੜੇ ਪ੍ਰੇਮ ਨਾਲ ਸਾਰੀ ਸੰਗਤ ਆਰਤੀ ਦਾ ਪਾਠ ਕਰਨ ਲੱਗ ਪਈ। ਆਰਤੀ ਦੇ ਮਗਰੋਂ ਚੌਂਕੀ ਟੁਰੀ। ਸਾਡਾ ਸੰਤ ਯਾਤਰੂ ਵੀ ਚੌਂਕੀ ਨਾਲ ਰਲ ਗਿਆ ਅਤੇ ਖਾਸ ਰੰਗ ਵਿੱਚ ਸ਼ਬਦ ਪੜ੍ਹਦਾ ਰਿਹਾ। ਚੌਂਕੀ ਦੀ ਸਮਾਪਤੀ ਮਗਰੋਂ ਸਵਈਏ ਅਤੇ ਕੀਰਤਨ ਸੋਹਲੇ ਦਾ ਪਾਠ ਹੋ ਕੇ ਪੰਜਵੀਂ ਬੀੜ ਬਿਰਾਜਮਾਨ ਕੀਤੀ ਗਈ ਅਤੇ ਸ਼ਾਮ ਦੇ ਦੀਵਾਨ ਦੀ ਸਮਾਪਤੀ ਹੋਈ। ਹੁਣ ਲੰਗਰ ਦਾ ਆਵਾਜ਼ਾ ਆਇਆ। ਸਭ ਨੇ ਪ੍ਰਸ਼ਾਦਾ ਛਕਿਆ। ਸਾਡਾ ਸੰਤ ਯਾਤਰੂ ਵੀ ਪ੍ਰਸ਼ਾਦਾ ਛਕ ਕੇ ਪਰਿਕਰਮਾ ਵਿੱਚ ਇੱਕ ਪਾਸੇ ਰਾਤ ਵਾਸਤੇ ਬਿਰਾਜਮਾਨ ਹੋ ਗਿਆ। ਨਗੀਨਾ ਘਾਟ, ਬੰਦਾ ਘਾਟ ਅਤੇ ਗੌਤਮ ਘਾਟ ਦੇ ਸਹਿਜ ਤਪ। ਦੂਸਰੇ ਦਿਨ ਅੰਮ੍ਰਿਤ ਵੇਲੇ ਸੰਤ ਯਾਤਰੂ ਸਵਾ ਪਹਿਰ ਦੇ ਤੜਕੇ ਉੱਠਿਆ ਅਤੇ ਗੋਦਾਵਰੀ ਗੰਗਾ ਵਿੱਚ ਨਗੀਨਾ ਘਾਟ ਦੇ ਦਰਸ਼ਨ ਕੀਤਾ ਤੇ ਇਸ਼ਨਾਨ ਕੀਤਾ। ਚੰਦ ਦੀ ਚਾਂਦਨੀ ਸੀ। ਗੋਦਾਵਰੀ ਗੰਗਾ ਘਾਟ ਦੀਆਂ ਪੌੜੀਆਂ ਹੇਠ ਬੜੀ ਅਡੋਲ ਵਗ ਰਹੀ ਸੀ। ਇੱਕ ਦੋ ਸ਼ਹੀਦ ਸਿੰਘਾਂ ਦੇ ਅੰਗੀਠੇ ਅਤੇ ਚਬੂਤਰੇ ਨਿਰਮਲ ਜਲ ਵਿੱਚ ਸ਼ੋਭ ਰਹੇ ਸਨ। ਬੜਾ ਰਸ ਭਰਿਆ ਇਕਾਂਤ ਦਾ ਸਮਾਂ ਸੀ। ਸਾਡਾ ਸੰਤ ਯਾਤਰੂ ਇਸ਼ਨਾਨ ਕਰਕੇ ਘਾਟ ਦੇ ਸੱਜੇ ਪਾਸੇ ਇੱਕ ਪੱਥਰ ਦੀ ਕੋਠੜੀ ਉੱਤੇ ਬੈਠ ਕੇ ਸਿਮਰਨ ਕਰਨ ਲੱਗ ਪਿਆ। ਨਿਤਨੇਮ ਪੂਰਾ ਕਰਨ ਪਿੱਛੋਂ ਕੀਰਤਨ ਦੀ ਖਿੱਚ ਪਈ। ਸੱਚਖੰਡ ਦਰਬਾਰ ਸਾਹਿਬ ਜਾ ਹਾਜ਼ਰ ਹੋਇਆ ਅਤੇ ਬੜੇ ਪ੍ਰੇਮ ਨਾਲ ਆਸਾ ਜੀ ਦੀ ਵਾਰ ਦਾ ਕੀਰਤਨ ਸੁਣਿਆ। ਆਸਾ ਜੀ ਦੀ ਵਾਰ ਦਾ ਭੋਗ ਪੈਂਦਿਆਂ ਹੀ ਸਤਿਗੁਰੂ ਸੱਚੇ ਪਾਤਸ਼ਾਹ ਦੀ ਚੌਖੰਡੀ ਦਾ ਦਰਸ਼ਨੀ ਦਰਵਾਜ਼ਾ ਖੁੱਲਿਆ। ਪੁਜਾਰੀ ਸਿੰਘ ਸ਼ਸਤਰ ਬਸਤਰ ਸਜਾਈ ਬਾਹਰ ਨਿਕਲਿਆ। ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਸੀ। ਆਨੰਦ ਸਾਹਿਬ ਦਾ ਪਾਠ ਹੋ ਕੇ ਮਹਾਰਾਜ ਦਾ ਭੋਗ ਲੱਗਾ। ਫਿਰ ਗ੍ਰੰਥੀ ਸਿੰਘ ਨੇ ਮਹਾਰਾਜ ਦਾ ਹੁਕਮ ਵਾਰੀ-ਵਾਰੀ ਸੁਣਾਇਆ ਅਤੇ ਸਾਰੀ ਸੰਗਤ ਵਿੱਚ ਕੜਾ ਪ੍ਰਸ਼ਾਦ ਵਰਤਿਆ। ਹੁਣ ਸੇਵਾਦਾਰ ਨੇ ਆਵਾਜ਼ ਦਿੱਤੀ ਕਿ ਸਭ ਨਵੇਂ ਯਾਤਰੂ ਫੁੱਲ ਪਤਾਸੇ ਲੈ ਕੇ ਦਰਸ਼ਨੀ ਦਰਬਾਰ ਦੇ ਸਾਹਮਣੇ ਪਰਿਕਰਮਾ ਵਿੱਚ ਹਾਜ਼ਰ ਹੋ ਜਾਣ। ਸਾਡਾ ਸੰਤ ਸਿਪਾਹੀ ਅਤੇ ਹੋਰ ਯਾਤਰੂ ਬੜੇ ਅਦਬ ਨਾਲ ਹੱਥ ਜੋੜ ਕੇ ਬਾਹਰਲੀ ਪਰਿਕਰਮਾ ਵਿੱਚ ਖੜੇ ਹੋ ਗਏ। ਪੁਜਾਰੀ ਸਿੰਘ ਨੇ, ਜੋ ਹਜ਼ੂਰੀ ਵਿੱਚ ਖੜਾ ਸੀ, ਸਭ ਨੂੰ ਪੁੱਛਿਆ ਕਿ ਚਾਰ ਕੁਰੈਤਾਂ ਵਿੱਚੋਂ ਕੋਈ ਭੁੱਲ ਤਾਂ ਨਹੀਂ ਕੀਤੀ। ਸਾਡੇ ਸੰਤ ਯਾਤਰੂ ਨੇ ਬੜੀ ਨਿਮਰਤਾ ਭਰੀ ਗਰੀਬੀ ਵਿੱਚ ਜਵਾਬ ਦਿੱਤਾ, ਸਰੀਰ ਤਾਂ ਹਰ ਵਕਤ ਭੁੱਲਣਹਾਰ ਹੈ, ਪਰ ਸਤਿਗੁਰੂ ਦੀ ਕਿਰਪਾ ਨਾਲ ਕੋਈ ਕੁਰੈਤ ਨਹੀਂ ਹੋਈ। ਸਤਿਗੁਰੂ ਆਪੇ ਹੱਥ ਦੇ ਕੇ ਬਚਾਈ ਆਉਂਦੇ ਹਨ।
ਪੁਜਾਰੀ ਸਿੰਘ ਨੇ ਅਰਦਾਸਾ ਸੋਧ ਦਿੱਤਾ ਅਤੇ ਸੰਤ ਸਿਪਾਹੀ ਨੂੰ ਪਰਿਕਰਮਾ ਕਰਨ ਦੀ ਆਗਿਆ ਹੋਈ। ਸੰਤ ਯਾਤਰੂ ਬੜੇ ਪ੍ਰੇਮ ਭਰੇ ਅਦਬ ਵਿੱਚ ਅੱਗੇ ਵਧਿਆ ਅਤੇ ਸੱਚੇ ਪਾਤਸ਼ਾਹ ਦੇ ਚਰਨ ਕਮਲਾਂ ਦਾ ਧਿਆਨ ਧਰ ਕੇ 4 ਪਰਿਕਰਮਾ ਲਈਆਂ। ਕਦਮ ਕਦਮ ਤੇ ਚਿੱਤ ਵਿੱਚ ਅਰਦਾਸ ਸੀ ਕਿ ਹੇ ਦੁਸ਼ਟ ਦਮਨ ਸਤਿਗੁਰੂ, ਹੁਣ ਆਪਣੇ ਜੋਗਾ ਹੀ ਰੱਖੀ। ਕੋਟ ਅਪਰਾਧ ਭਰੇ ਵੀ ਤੇਰੇ ਚੇਰੇ ਰਾਮ। ਹੋਰ ਯਾਤਰੀ ਜੋ ਕੁਰੈਤ ਤੋਂ ਖਾਲੀ ਸਨ, ਉਹਨਾਂ ਨੂੰ ਵੀ ਪਰਿਕਰਮਾ ਕਰਨ ਦੀ ਆਗਿਆ ਮਿਲੀ ਅਤੇ ਜਿਨ੍ਹਾਂ ਕੋਲੋਂ ਕੋਈ ਕੁਰੈਤ ਹੋ ਗਈ ਸੀ, ਉਹਨਾਂ ਨੂੰ 25 ਦਮੜੇ ਤਨਖਾਹ ਲੱਗੀ ਅਤੇ ਅੰਮ੍ਰਿਤ ਛਕਣ ਦਾ ਹੁਕਮ ਹੋਇਆ। ਪੁਜਾਰੀ ਸਿੰਘ, ਜਿਸ ਦਾ ਨਾਮ ਭਾਈ ਨਾਨੂ ਸਿੰਘ ਸੀ, ਦੇ ਹਿਰਦੇ ਵਿੱਚ ਸੰਤ ਸਿਪਾਹੀ ਦਾ ਪ੍ਰੇਮ ਅਦਬ ਅਤੇ ਨਿਮਰਤਾ ਦੇਖ ਕੇ ਇੱਕ ਖਾਸ ਖਿੱਚ ਪੈਦਾ ਹੋ ਗਈ। ਅੰਮ੍ਰਿਤ ਵੇਲੇ ਦਾ ਭੋਗ ਪੈਂਦੇ ਹੀ ਇਹਨਾਂ ਨੂੰ ਆਪਣੇ ਬੁੰਗੇ ਵਿੱਚ ਲੈ ਗਿਆ ਅਤੇ ਉੱਥੇ ਉੱਪਰਲੀ ਛੱਤ ਉੱਤੇ ਇੱਕ ਕੁਟੀਆ ਵਿੱਚ ਆਸਨ ਕਰਵਾਇਆ। ਪੁਜਾਰੀ ਬੁੰਗਾ ਦਰਬਾਰ ਅਬਚਲ ਨਗਰ ਤੋਂ 400-500 ਕਦਮ ਤੇ ਗੋਦਾਵਰੀ ਗੰਗਾ ਦੇ ਕੰਢੇ ਉੱਪਰ ਹੈ। ਦਰਬਾਰ ਸਾਹਿਬ ਤੋਂ ਘਾਟ ਵੱਲ ਜਾਂਦਿਆਂ ਗੁਰਦੁਆਰਾ ਨਗੀਨਾ ਘਾਟ ਸੱਜੇ ਹੱਥ ਅਤੇ ਪੁਜਾਰੀ ਬੁੰਗਾ ਖੱਬੇ ਹੱਥ ਵੱਲ ਹੈ। ਨਗੀਨਾ ਘਾਟ ਤੇ ਗੁਰੂ ਕਲਗੀਧਰ ਜੀ ਮਹਾਰਾਜ ਨੇ ਕਾਮਲ ਫਕੀਰੀ ਦਾ ਰੰਗ ਮਾਣਿਆ। ਇੱਕ ਵਾਰੀ ਜਦੋਂ ਸੱਚੇ ਪਾਤਸ਼ਾਹ ਜਾਗਤ ਜੋਤ ਦੇ ਇਲਾਹੀ ਰੰਗ ਵਿੱਚ ਮਸਤ ਸਨ, ਲੱਖੀ ਵਣਜਾਰਾ ਇੱਕ ਅਮੋਲਕ ਨਗੀਨਾ ਮਹਾਰਾਜ ਦੀ ਭੇਟਾ ਲਿਆਇਆ। ਬੜੇ ਅਦਬ ਨਾਲ ਚਰਨ ਕਮਲਾਂ ਤੇ ਸੀਸ ਰੱਖਿਆ, ਚਰਨ ਧੂੜ ਮਸਤਕ ਲਾਈ ਅਤੇ ਭੇਟਾ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਰੱਖੀ। ਜਦ ਗੁਰੂ ਮਹਾਰਾਜ ਨੇ ਨਿਗਾਹ ਖੋਲੀ, ਨਗੀਨੇ ਨੂੰ ਗੀਟੇ ਵਾਂਗ ਫੜ ਕੇ ਗੋਦਾਵਰੀ ਗੰਗਾ ਵਿੱਚ ਸੁੱਟ ਦਿੱਤਾ। ਲੱਖੀ ਬੜਾ ਨਿਰਾਸ਼ ਹੋਇਆ ਅਤੇ ਹੱਥ ਜੋੜ ਕੇ ਮਹਾਰਾਜ ਨੂੰ ਅਰਜ਼ ਕੀਤੀ, ਸੱਚੇ ਪਾਤਸ਼ਾਹ, ਤੁਹਾਡੀਆਂ ਤੁਸੀਂ ਹੀ ਜਾਣੋ, ਪਰ ਇਹ ਤਾਂ ਇੱਕ ਅਮੋਲਕ ਨਗੀਨਾ ਸੀ। ਸਿੱਖ ਦੀ ਬੇਨਤੀ ਸੁਣ ਕੇ ਮਹਾਰਾਜ ਜੀ ਨੇ ਫਰਮਾਇਆ, ਲੱਖੀ, ਜਾ ਆਪਣਾ ਨਗੀਨਾ ਗੋਦਾਵਰੀ ਵਿੱਚੋਂ ਲੱਭ ਲੈ। ਜਦ ਲੱਖੀ ਗੋਦਾਵਰੀ ਵਿੱਚ ਵੜਿਆ ਤਾਂ ਕੀ ਦੇਖੇ ਕਿ ਗੋਦਾਵਰੀ ਗੰਗਾ ਵਿੱਚ ਅਨੇਕਾਂ ਹੀ ਅਮੋਲਕ ਨਗੀਨੇ ਗੀਟਿਆਂ ਵਾਂਗ ਪਏ ਸਨ। ਲੱਖੀ ਕੀ ਜਾਣੇ ਉਹਦਾ ਨਗੀਨਾ ਕਿਹੜਾ ਹੈ। ਧੰਨ ਸਤਿਗੁਰੂ ਆਖਦਾ ਮਹਾਰਾਜ ਪਾਸ ਆਇਆ ਅਤੇ ਚਰਨਾਂ ਤੇ ਟਹਿ ਪਿਆ। ਇਸੇ ਨਗੀਨੇ ਘਾਟ ਤੇ ਚੋਜੀ ਸਤਿਗੁਰੂ ਨੇ 5 ਮੋਹਰਾਂ ਹਰ ਰੋਜ਼ ਦੇ ਕੇ ਪਠਾਨ ਬੱਚੇ ਨੂੰ ਆਪਣੀ ਅਰਦਲ ਵਿੱਚ ਰੱਖਿਆ। ਇੱਥੇ ਹੀ ਹਰ ਰੋਜ਼ ਉਸ ਨੇ ਟਕੋਰਾਂ ਤੇ ਠੋਕਰਾਂ ਮਾਰ ਕੇ ਆਪਣੇ ਜਿਗਰ ਵਿੱਚ ਖੰਜਰ ਮਰਵਾਇਆ। ਇੱਥੇ ਹੀ ਉਸ ਦਾ ਰੁੰਡ ਮੁੰਡ ਸਿਰ ਤਲਵਾਰ ਦੇ ਇੱਕ ਵਾਰ ਨਾਲ ਜੁਦਾ ਕਰਕੇ ਆਪਣੇ ਚਰਨਾਂ ਵਿੱਚ ਸਦਾ ਲਈ ਨਿਵਾਸ ਬਖਸ਼ਿਆ। ਇੱਥੇ ਹੀ ਬਹਾਦਰ ਸ਼ਾਹ ਦੇ ਭੇਜੇ ਹੋਏ ਜ਼ਰਾ ਦੇ ਇਲਾਜ ਨਾਲ ਸੱਚੇ ਪਾਤਸ਼ਾਹ ਦਾ ਜ਼ਖਮ ਰਾਜੀ ਹੋਇਆ। ਇੱਥੇ ਹੀ ਇੱਕ ਸਿੱਖ ਨੇ ਕੜੀ ਕਮਾਨ ਮਹਾਰਾਜ ਦੀ ਭੇਟਾ ਕੀਤੀ। ਇੱਥੋਂ ਹੀ ਧਨੁਸ਼ਧਾਰੀ ਸਤਿਗੁਰੂ ਜੀ ਨੇ ਇਸ ਕਮਾਨ ਤੇ ਚਿੱਲਾ ਚੜਾ ਸੰਗਤ ਨੂੰ ਫਰਮਾਇਆ ਕਿ ਜਿੱਥੇ ਸਾਡਾ ਤੀਰ ਜਾ ਕੇ ਡਿੱਗੇ, ਉੱਥੇ ਸਾਡਾ ਸਥਾਨ ਹੈ। ਇੱਥੇ ਹੀ ਸੰਗਤ ਦੀ ਅਰਦਾਸਪੁਰ ਹਜੂਰ ਜ਼ਖਮ ਅੱਲਾ ਹੈ। ਚਿੱਲਾ ਨਾ ਚੜਾਓ। ਮਹਾਰਾਜ ਜੀ ਨੇ ਫਰਮਾਇਆ ਕਿ ਬਸ ਹੁਣ ਅਰਸ਼ੀ ਪ੍ਰੀਤਮ ਦੀ ਹਜ਼ੂਰੀ ਵਿੱਚ ਹਾਜ਼ਰ ਹੋਣ ਦਾ ਹੁਕਮ ਆ ਗਿਆ ਹੈ, ਦੇਰੀ ਨਹੀਂ ਕਰਨੀ। ਇੱਥੇ ਹੀ ਤੀਰ ਕਮਾਨ ਵਿੱਚੋਂ ਨਿਕਲਿਆ ਅਤੇ ਇੱਕ ਮਸੀਤ ਤੇ ਜਾ ਡਿੱਗਾ। ਮੁਸਲਮਾਨ ਕਹਿਣ ਜਗ੍ਹਾ ਸਾਡੀ ਹੈ ਅਤੇ ਸਿੱਖ ਆਖਣ ਸਾਡੀ। ਇੱਥੇ ਹੀ ਮਹਾਰਾਜ ਨੇ ਹੁਕਮ ਦਿੱਤਾ ਕਿ ਇਸ ਥਾਂ ਨੂੰ ਪੁੱਟੋ। ਜੇਕਰ ਸਾਡੀ ਬੇਰਾਗਣ ਅਤੇ ਧੁਨੀ ਨਿਕਲੇ ਤਾਂ ਥਾਂ ਸਾਡੀ, ਨਹੀਂ ਤਾਂ ਮੁਸਲਮਾਨਾਂ ਦੀ। ਇੱਥੇ ਹੀ ਬਹਾਦਰ ਸ਼ਾਹ ਨੇ ਜਗ੍ਹਾ ਪੁੱਟਣ ਦਾ ਹੁਕਮ ਦਿੱਤਾ ਅਤੇ ਮਹਾਰਾਜ ਦੀਆਂ ਨਿਸ਼ਾਨੀਆਂ ਨਿਕਲਣ ਪਰ ਮਸੀਤ ਵਾਲੀ ਥਾਂ ਸਤਿਗੁਰੂ ਜੀ ਦੇ ਹਵਾਲੇ ਕਰ ਦਿੱਤੀ। ਇਸੇ ਘਾਟ ਤੋਂ ਹੀ ਸਤਿਗੁਰੂ ਜੀ ਨੇ ਸਿੱਖਾਂ ਨੂੰ ਹੁਕਮ ਦਿੱਤਾ ਕਿ ਹੁਣ ਵਕਤ ਆ ਗਿਆ ਹੈ, ਸਾਡਾ ਅੰਗੀਠਾ ਸਜਾਓ
ਅਤੇ ਬਾਹਰ ਕਨਾਤ ਲਾ ਦਿਓ। ਇਸੇ ਘਾਟ ਤੋਂ ਹੀ ਸੰਗਤ ਸਤਿਗੁਰੂ ਜੀ ਦੇ ਨਾਲ ਨਾਲ ਸ਼ਬਦ ਪੜ੍ਹਦੀ ਹੋਈ ਅੰਗੀਠੇ ਸਾਹਿਬ ਪਾਸ ਪਹੁੰਚੀ। ਸੱਚੇ ਪਾਤਸ਼ਾਹ ਜੀ ਦਾ ਹੁਕਮ ਮੰਨਦੀ ਹੋਈ ਕਨਾਤ ਤੋਂ ਬਾਹਰ ਬੈਠੀ ਸ਼ਬਦ ਕੀਰਤਨ ਕਰਦੀ ਰਹੀ। ਇਸੇ ਘਾਟ ਤੇ ਵੈਰਾਗ ਨਾਲ ਬੇਦੀ ਹੋਈ ਸੰਗਤ ਆਪਣੇ ਆਸਨ ਤੇ ਆਈ। ਇਸ਼ਨਾਨ ਕਰਕੇ ਸਾਰੀ ਰਾਤ ਚੋਜੀ ਪਿਤਾ ਦੇ ਅਸਚਰਜ ਕੋਤਕ ਇਧਰ ਤਾਂ ਚਿਤਾ ਤੇ ਬੈਠ ਅੱਗ ਲਾਉਣਾ, ਉਧਰ ਸੰਦਬਦ ਹੋ ਕੇ ਇੱਕ ਸਿੱਖ ਨੂੰ ਨੀਲੇ ਘੋੜੇ ਤੇ ਅਸਵਾਰ ਦਰਸ਼ਨ ਦੇਣਾ ਵਿਚਾਰਦੀ ਤੇ ਧੰਨ ਸਤਿਗੁਰੂ ਕਹਿੰਦੀ ਪ੍ਰੇਮ ਤੇ ਵੈਰਾਗ ਵਿੱਚ ਮਗਨ ਰਹੀ। ਵਿੱਚੋਂ ਕੋਈ ਅਡੋਲ ਨਿਸ਼ਚੇ ਵਾਲੇ ਸਿੱਖ ਬੋਲ ਉੱਠਦੇ, ਕੌਣ ਕਹੇ ਸ੍ਰੀ ਗੁਰ ਮੋਇਓ, ਸਤਿਗੁਰ ਸਦਾ ਹੀ ਹਾਜ਼ਰ ਹਨ ਅਤੇ ਸਾਡੇ ਅੰਗ ਸੰਗ ਹਨ। ਖਾਲਸਾ ਜੀ ਜਾਗਤ ਜੋਤ ਦੇ ਅਭਿਆਸ ਵਿੱਚ ਪਰਪੱਕ ਰਹੋ ਅਤੇ ਕਲਗੀਆਂ ਵਾਲੇ ਦੇ ਹੁਕਮ ਮੰਨਣ ਦਾ ਯਤਨ ਕਰੋ। ਸਤਿਗੁਰ ਸਦਾ ਹੀ ਸਹਾਈ ਹੋਣਗੇ ਅਤੇ ਆਪਣੇ ਬਿਰਧ ਬਾਣੇ ਦੀ ਲਾਜ ਰੱਖਣਗੇ। ਇਸ ਫਕੀਰੀ, ਬੇਪਰਵਾਹੀ, ਬਲਿਦਾਨ, ਨਿਰਭੈਤਾ ਅਤੇ ਵੈਰਾਗ ਦੀ ਰੰਗਣ ਵਿੱਚ ਰੰਗੇ ਹੋਏ ਘਾਟ ਤੇ ਕੁਦਰਤ ਨੇ ਸੰਤ ਸਿਪਾਹੀ ਦਾ ਡੇਰਾ ਕਰਾਇਆ। ਬਸ ਹੁਣ ਕੀ ਸੀ, ਥੋੜੇ ਦਿਨਾਂ ਮਗਰੋਂ ਹੀ ਸੰਸਾਰੀ ਕੱਪੜੇ ਸਭ ਲਾ ਦਿੱਤੇ। ਸਿਰ ਤੇ ਖੱਦਰ ਦਾ ਛੋਟਾ ਦਸਤਾਰਾ, ਤੇੜ ਕਛਹਿਰਾ ਅਤੇ ਮੋਢੇ ਤੇ 2 ਹੱਥ ਦਾ ਇੱਕ ਪਰਨਾ ਰੱਖ ਲਿਆ। ਦਿਨ ਰਾਤ ਸ਼ਬਦ ਦੇ ਅਭਿਆਸ ਵਿੱਚ ਲੱਗੇ ਰਹਿੰਦੇ। ਪ੍ਰਸ਼ਾਦਾ ਮਿਲ ਜਾਂਦਾ ਤਾਂ ਛਕ ਲੈਂਦੇ, ਨਹੀਂ ਤਾਂ ਗੋਦਾਵਰੀ ਗੰਗਾ ਦਾ ਨਿਰਮਲ ਜਲ ਛਕ ਕੇ ਪਿਆਰੇ ਦੀ ਯਾਦ ਵਿੱਚ ਮਸਤ ਰਹਿੰਦੇ ਅਤੇ ਵੈਰਾਗਮਈ ਪ੍ਰੇਮ ਰਸ ਦੇ ਹੁਲਾਰੇ ਲੈਂਦੇ। ਪੁਜਾਰੀ ਨਾਨੂ ਸਿੰਘ ਜੀ ਤਾਂ ਅੱਗੇ ਹੀ ਬੜਾ ਸਨੇਹ ਰੱਖਦੇ ਸਨ, ਪਰ ਥੋੜੇ ਚਿਰ ਵਿੱਚ ਹੀ ਸ੍ਰੀ ਹਜ਼ੂਰ ਸਾਹਿਬ ਦੇ 1-2 ਹੋਰ ਸੇਵਕਾਂ ਦੇ ਹਿਰਦੇ ਵਿੱਚ ਸੰਤ ਜੀ ਲਈ ਖਾਸ ਖਿੱਚ ਪੈਦਾ ਹੋ ਗਈ। ਭਾਈ ਹਜੂਰਾ ਸਿੰਘ ਜੀ ਗ੍ਰੰਥੀ ਅਤੇ ਭਾਈ ਥੰਮਣ ਸਿੰਘ ਜੀ ਦੋਦਰ ਵਾਲੇ ਰਾਗੀ ਦਾ ਸੰਤ ਜੀ ਨੂੰ ਪ੍ਰਸ਼ਾਦਾ ਛਕਾਉਣ ਦਾ ਖਾਸ ਪ੍ਰੇਮ ਹੋ ਗਿਆ। ਸੰਤ ਜੀ ਪੁਜਾਰੀ ਬੁੰਗੇ ਦੇ ਪਿੱਛੇ ਇੱਕ ਪੱਥਰ ਦੇ ਚਬੂਤਰੇ ਤੇ ਬੈਠ ਕੇ ਜਪਜੀ ਸਾਹਿਬ ਦਾ ਪਾਠ ਕਰਦੇ। ਆਪ ਦਰਿਆ ਦੇ ਕੰਢੇ ਤੋਂ ਚਿੱਟੇ ਕਾਲੇ ਰੋੜੇ ਚੁੱਕ ਕੇ ਆਪਣੇ ਕੋਲ ਰੱਖ ਲੈਂਦੇ। ਜਦ ਇੱਕ ਪਾਠ ਪੂਰਾ ਹੋ ਜਾਂਦਾ ਤਦ ਇੱਕ ਰੋੜਾ ਗੋਦਾਵਰੀ ਵਿੱਚ ਸੁੱਟ ਦਿੰਦੇ। ਜਦ ਸੇਵਕ ਰੋਟੀ ਲੈ ਕੇ ਜਾਂਦਾ ਤਦ ਚੁੱਪ ਕਰਕੇ ਥੜੇ ਤੋਂ ਕੁਝ ਦੂਰ ਹੀ ਬੈਠ ਜਾਂਦਾ। ਜਦ ਤੀਕਰ ਸਵੇਰ ਦੇ ਪਾਠਾਂ ਦੀ ਗਿਣਤੀ ਪੂਰੀ ਨਾ ਹੋ ਜਾਂਦੀ, ਸੰਤ ਜੀ ਮਹਾਰਾਜ ਆਪਣੀ ਨਿਗਾਹ ਉੱਚੀ ਨਾ ਕਰਦੇ। ਜਦ ਸਾਰੇ ਰੋੜੇ ਮੁੱਕ ਜਾਂਦੇ ਤਦ ਗਿੱਲੇ ਪਰਨੇ ਨਾਲ ਹੱਥ ਪੂੰਝ ਕੇ ਇੱਕ ਤਹਿ ਤੋੜਾ ਮੋਟਾ ਪ੍ਰਸ਼ਾਦਾ, ਜਿਸ ਦੇ ਉੱਤੇ ਦਾਲ ਹੁੰਦੀ ਸੀ, ਲੈ ਲੈਂਦੇ ਅਤੇ ਪੱਥਰ ਤੇ ਰੱਖ ਕੇ ਛਕ ਲੈਂਦੇ। ਫਿਰ ਉੱਠ ਕੇ ਗੋਦਾਵਰੀ ਵਿੱਚ ਬੁੱਕ ਨਾਲ ਜਲ ਛਕ ਲੈਂਦੇ। ਸੰਤ ਜੀ ਨੇ ਸੇਵਕਾਂ ਨੂੰ ਖਾਸ ਬੇਨਤੀ ਕੀਤੀ ਹੋਈ ਸੀ ਕਿ ਇੱਕ ਮੋਟਾ ਪ੍ਰਸ਼ਾਦਾ ਪਕਾ ਕੇ ਉੱਪਰ ਹੀ ਦਾਲ ਭਾਜੀ ਰੱਖ ਕੇ ਲਿਆਇਆ ਕਰਨ। ਇਸ ਤਰ੍ਹਾਂ 1 ਸਾਲ 7 ਕੁ ਮਹੀਨੇ ਸੰਤ ਜੀ ਨਗੀਨਾ ਘਾਟ ਤੇ ਰਹੇ। ਘਾਟ ਦੇ ਸੱਜੇ ਪਾਸੇ ਇੱਕ ਪੱਥਰ ਦੀ ਕੋਠੜੀ ਹੈ। ਸਾਰੀ ਰਾਤ ਉਸ ਵਿੱਚ ਬੈਠ ਕੇ ਅਭਿਆਸ ਕਰਦੇ। ਦਿਨ ਚੜੇ ਪੁਜਾਰੀ ਬੁੰਗੇ ਦੇ ਪਿੱਛੇ ਆ ਕੇ ਜਪਜੀ ਸਾਹਿਬ ਦੇ ਪਾਠ ਸ਼ੁਰੂ ਕਰ ਦਿੰਦੇ, ਪਰ ਜਦੋਂ ਕਦੀ ਬਹੁਤ ਇਕਾਂਤ ਹੋਣਾ ਹੁੰਦਾ ਜਾਂ ਆਰਾਮ ਕਰਨ ਦੀ ਲੋੜ ਪੈਂਦੀ ਤਦ ਪੁਜਾਰੀ ਬੁੰਗੇ ਦੀ ਦੂਸਰੀ ਛੱਤ ਤੇ ਪ੍ਰਕਾਸ਼ ਸਥਾਨ ਦੇ ਸੱਜੇ ਪਾਸੇ ਇੱਕ ਛੋਟੀ ਜਿਹੀ ਕੋਠੜੀ ਦੇ ਅੰਦਰ ਜਿਹੜੀ ਗੁਫਾ ਹੈ ਉਸ ਵਿੱਚ ਜਾ ਬਿਰਾਜਦੇ। ਬਿਰਾਜਨਾ ਕੀ ਸੀ, 8 ਪਹਿਰ 64 ਘੜੀ ਨਾਮ ਬਾਣੀ ਦੀ ਧੁਨ ਵਿੱਚ ਮਸਤ ਰਹਿੰਦੇ। ਉਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦਕਾਮ। ਗੁਰਮੰਤਰ ਤੇ ਮੂਲ ਮੰਤਰ ਤੋਂ ਛੁੱਟ ਇਸ ਗੋਦਾਵਰੀ ਘਾਟ ਦੀ ਕੁਟਿਆ ਵਿੱਚ ਸੰਤ ਜੀ ਨੇ ਗੁਰੂ ਸ਼ਬਦ ਥਿਰ ਘਰ ਬੈਸੋ ਹਰਜਨ ਪਿਆਰੇ ਅਤੇ ਗੁਰੂ ਘਰ ਦੇ ਗਾਇਤਰੀ ਮੰਤਰ ਚਾਚਰੀ ਛੰਤਵ ਪ੍ਰਸਾਦ, ਗੋਬਿੰਦੇ ਮੁਕੰਦੇ ਉਦਾਰੇ ਅਪਾਰੇ, ਹਰੀਅਨ ਕਰੀਅਨ ਨਿਰਨਾਮੇ ਅਕਾਮੇ ਸ੍ਰੀ ਜਾਪ ਸਾਹਿਬ ਦੀ ਅਤੁੱਟ ਆਰਾਧਨਾ ਕੀਤੀ। ਇਸ ਸਮੇਂ ਸੰਤ ਜੀ ਕਿਸੇ ਨਾਲ ਗੱਲਬਾਤ ਨਾ ਕਰਦੇ। ਜੇ ਕੋਈ ਗੱਲ ਛੇੜ ਵੀ ਦਿੰਦਾ
ਤਾਂ ਆਪ ਇੱਕ ਉਂਗਲੀ ਖੜੀ ਕਰ ਦਿੰਦੇ ਜਾਂ ਹੱਥ ਜੋੜ ਕੇ ਨਮਸਕਾਰ ਕਰ ਦਿੰਦੇ। ਅਧੀਨਗੀ ਬੜੀ ਸੀ। ਹਰ ਇੱਕ ਸਿੱਖ ਦੇ ਪੈਰੀ ਪੈਂਦੇ ਅਤੇ ਜੇ ਕੋਈ ਕੋੜਾ ਬਚਨ ਕਰ ਦਿੰਦਾ ਤਾਂ ਚੁੱਪ ਰਹਿੰਦੇ। ਦਰਬਾਰ ਸਾਹਿਬ ਦੇ ਝਾੜੂ ਦੀ ਅਤੇ ਇਸ਼ਨਾਨ ਵਾਸਤੇ ਜਲ ਦੀ ਸੇਵਾ ਕਰਦੇ। ਕੁਝ ਖਾਸ ਸਾਖੀਆਂ। ਇਸ ਸਮੇਂ ਦੀਆਂ ਕੁਝ ਖਾਸ ਸਾਖੀਆਂ ਸੰਤ ਜੀ ਦਾ ਵੈਰਾਗ, ਤਤਕਸ਼ੀਆਂ ਅਤੇ ਪ੍ਰੇਮ ਦਾ ਨਕਸ਼ਾ ਸਾਡੇ ਸਾਹਮਣੇ ਰੱਖਦੀਆਂ ਹਨ। 1. ਫਕੀਰੀ ਬਾਣਾ ਧਾਰਨ ਕਰਦੇ ਹੀ ਸੰਤ ਗੋਦਾਵਰੀ ਗੰਗਾ ਦੇ ਕੰਢੇ ਕੰਢੇ ਟੁਰ ਪਏ। ਨਗੀਨਾ ਘਾਟ ਤੋਂ ਕੋਈ 3 ਕੁ ਮੀਲ ਦੇ ਫਾਸਲੇ ਤੇ ਇੱਕ ਥਾਂ ਦਰਿਆ ਵਿੱਚ ਗੋਡੇ ਗੋਡੇ ਜਲ ਸੀ। ਇੱਥੇ ਸੰਤ ਜੀ ਨੇ ਜਲ ਵਿੱਚ ਸਿਮਰਨ ਤਪ ਆਰੰਭ ਕਰ ਦਿੱਤਾ। ਇਸ ਤਰ੍ਹਾਂ 8 ਦਿਨ ਬੀਤ ਗਏ। ਗੰਗਾ ਜਲ ਤੋਂ ਛੁੱਟ ਹੋਰ ਕੋਈ ਆਹਰ ਨਹੀਂ ਸੀ। ਇੱਕ ਰਾਤ ਸ੍ਰੀ ਹਜ਼ੂਰ ਸਾਹਿਬ ਦੇ ਵੱਡੇ ਪੁਜਾਰੀ ਭਾਈ ਨਾਨੋ ਸਿੰਘ ਜੀ ਨੂੰ ਸੁਪਨਾ ਆਇਆ ਕਿ ਕਰਤਾਰ ਦਾ ਇੱਕ ਪਿਆਰਾ ਗੋਦਾਵਰੀ ਗੰਗਾ ਵਿੱਚ ਕਈ ਦਿਨਾਂ ਤੋਂ ਤਪ ਕਰ ਰਿਹਾ ਹੈ। ਉਸ ਨੂੰ ਅੰਨ ਗ੍ਰਹਿਣ ਕੀਤਿਆਂ ਅੱਜ 8 ਦਿਨ ਹੋ ਗਏ ਹਨ। ਤੁਸੀਂ ਉਸ ਨੂੰ ਜਾ ਕੇ ਪ੍ਰਸ਼ਾਦ ਛਕਾਓ। ਦੂਜੇ ਦਿਨ ਅੰਮ੍ਰਿਤ ਵੇਲੇ ਦੇ ਦੀਵਾਨ ਦੇ ਭੋਗ ਮਗਰੋਂ ਪੁਜਾਰੀ ਸਿੰਘ ਨੇ ਬੜੇ ਪ੍ਰੇਮ ਨਾਲ ਪ੍ਰਸ਼ਾਦਾ ਪਕਵਾਇਆ ਅਤੇ ਗੋਦਾਵਰੀ ਦੇ ਕੰਢੇ ਕੰਢੇ ਟੁਰ ਪਿਆ। 2 ਕੁ ਮੀਲ ਗਿਆ ਪਰ ਕੋਈ ਸਰੀਰ ਗੋਦਾਵਰੀ ਵਿੱਚ ਤਪ ਕਰਦਾ ਨਜ਼ਰ ਨਾ ਆਇਆ। ਨਿਰਾਸ਼ ਹੋ ਕੇ ਮੁੜ ਆਇਆ। ਰਾਤ ਨੂੰ ਫਿਰ ਸੁਪਨਾ ਆਇਆ। ਆਵਾਜ਼ ਆਈ, ਤੁਸੀਂ ਸਾਡੇ ਪਿਆਰੇ ਨੂੰ ਪ੍ਰਸ਼ਾਦਾ ਨਹੀਂ ਛਕਾਇਆ। ਪੁਜਾਰੀ ਸਿੰਘ ਨੇ ਇਸੇ ਦਸ਼ਾ ਵਿੱਚ ਬੇਨਤੀ ਕੀਤੀ ਕਿ ਹਜ਼ੂਰ, ਕੁਝ ਸੂ ਪਤਾ ਨਹੀਂ ਲੱਗਿਆ। ਹੁਕਮ ਹੋਇਆ, ਗੋਦਾਵਰੀ ਦੇ ਕੰਢੇ ਕੰਢੇ 3 ਮੀਲ ਚਲੇ ਜਾਓ। ਉੱਥੋਂ ਦਰਿਆ ਦਾ ਮੋੜ ਲੰਘ ਕੇ ਨਜ਼ਰੀ ਪੈ ਜਾਵੇਗਾ। ਦੂਜੇ ਦਿਹਾੜੇ ਪਤੇ ਅਨੁਸਾਰ ਪੁਜਾਰੀ ਸਿੰਘ ਪ੍ਰਸ਼ਾਦਾ ਲੈ ਕੇ ਪੁੱਜਾ। ਸੰਤ ਜੀ ਮਹਾਰਾਜ ਅਡੋਲ ਧਿਆਨ ਵਿੱਚ ਮਗਨ ਸਨ। ਥੋੜੇ ਚਿਰ ਪਿੱਛੋਂ ਜਦ ਸੰਤਾਂ ਦੀ ਸਮਾਧੀ ਖੁੱਲੀ ਤਦ ਪੁਜਾਰੀ ਸਿੰਘ ਨੇ ਪ੍ਰਸ਼ਾਦ ਛਕਣ ਵਾਸਤੇ ਬੇਨਤੀ ਕੀਤੀ। ਸੰਤ ਜੀ ਨੇ ਪੁੱਛਿਆ ਕਿ ਤੁਸੀਂ ਇੱਥੇ ਕਿਸ ਤਰ੍ਹਾਂ ਆ ਗਏ। ਤਦ ਪੁਜਾਰੀ ਸਿੰਘ ਨੇ ਸੁਪਨੇ ਦੀ ਸਾਰੀ ਵਾਰਤਾ ਸੁਣਾਈ। ਪਹਿਲਾਂ ਤਾਂ ਸੰਤ ਜੀ ਨੇ ਪ੍ਰਸ਼ਾਦ ਛਕਣ ਤੋਂ ਨਾ ਕਰ ਦਿੱਤੀ, ਪਰ ਜਦ ਪੁਜਾਰੀ ਸਿੰਘ ਨੇ ਆਪਣੀ ਮਜਬੂਰੀ ਦੱਸੀ ਕਿ ਮੈਨੂੰ ਤਾਂ ਸੌਣਾ ਵੀ ਮੁਸ਼ਕਿਲ ਹੋ ਜਾਵੇਗਾ, ਤਾਂ ਇਹ ਬਚਨ ਲੈ ਕੇ ਉਹ ਇਹ ਵਾਰਤਾ ਕਿਸੇ ਨੂੰ ਨਹੀਂ ਦੱਸਣਗੇ, ਪ੍ਰਸ਼ਾਦਾ ਛਕ ਲਿਆ। ਦੂਸਰਾ, ਇੱਕ ਵਾਰੀ ਤਪ ਕਰਦਿਆਂ ਕਰਦਿਆਂ ਖਿਆਲ ਆਇਆ ਕਿ ਉਸ ਮੰਤਰ ਦਾ ਜਾਪ ਕਰੀਏ ਜਿਸ ਦੀ ਆਰਾਧਨਾ ਲਵ ਕੁਸ਼ ਨੇ ਕੀਤੀ ਸੀ ਅਤੇ ਜਿਸ ਦੇ ਫਲ ਕਰਕੇ ਉਹਨਾਂ ਨੂੰ ਕੋਈ ਵੀ ਨਹੀਂ ਸੀ ਜਿੱਤ ਸਕਿਆ। ਪਰ ਫਿਰ ਮਨ ਵਿੱਚ ਖਿਆਲ ਆਇਆ ਕਿ ਗੁਰੂ ਘਰ ਦਾ ਮੰਤਰ ਅਤੇ ਗੁਰੂ ਘਰ ਦੀ ਬਾਣੀ ਹੀ ਸਾਰੇ ਕਾਰਜਾਂ ਨੂੰ ਪੂਰਾ ਕਰਨ ਲਈ ਸਮਰੱਥ ਹੈ। ਮਹਾ ਮੰਤਰ ਨਾਨਕ ਕਥੈ। ਹੋਰ ਮੰਤਰ ਕੀ ਆਰਾਧਨਾ ਹੈ। ਤੀਸਰਾ, ਸ਼੍ਰੀ ਹਜ਼ੂਰ ਸਾਹਿਬ ਜਾਂਦਿਆਂ ਇੱਕ ਪ੍ਰੇਮੀ ਨੇ ਕੁਝ ਮਾਇਆ ਕੱਪੜੇ ਦੀ ਗੰਢ ਵਿੱਚ ਸਾਡੇ ਲੱਕ ਨਾਲ ਬੰਨ੍ਹ ਦਿੱਤੀ। ਜਦ ਅਸੀਂ ਹਜ਼ੂਰ ਸਾਹਿਬ ਪੁਜਾਰੀ ਬੁੰਗੇ ਡੇਰਾ ਕੀਤਾ ਤਾਂ ਇਹ ਗੰਢ ਇੱਕ ਝਾੜੀ ਦੇ ਮੁੱਢ ਨਾਲ ਟੋਇਆ ਪੁੱਟ ਕੇ ਕੱਪੜੇ ਸਮੇਤ ਦੱਬ ਦਿੱਤੀ। ਬੰਦਗੀ ਕਰਦਿਆਂ ਕਰਦਿਆਂ ਕਈ ਵਾਰੀ ਫੁਰਨਾ ਟੋਏ ਵੱਲ ਚਲਾ ਜਾਵੇ। ਇੱਕ ਦਿਨ ਅਭਿਆਸ ਵਿੱਚ ਇਹ ਫੁਰਨਾ ਸਾਹਮਣੇ ਆਇਆ ਤਾਂ ਮਨ ਵਿੱਚ ਠਾਣ ਲਿਆ ਕਿ ਅੱਜ ਇਸ ਪ੍ਰੇਮਨ ਦਾ ਜੂੜ ਵੱਢ ਦੇਣਾ ਹੈ। ਜਦ ਸਿਮਰਨ ਦਾ ਵੇਲਾ ਪੂਰਾ ਹੋ ਗਿਆ ਤਦ ਟੋਏ ਪਾਸ ਜਾ ਕੇ ਉਹ ਗੰਢ ਕੱਢ ਲਿਆਂਦੀ ਅਤੇ ਗੋਦਾਵਰੀ ਗੰਗਾ ਵਿੱਚ ਲక్ష్ਮੀ ਦਾ ਛਿੱਟਾ ਦੇ ਦਿੱਤਾ। ਚੌਥਾ, ਨਗੀਨਾ ਘਾਟ ਦੇ ਪਾਸ ਹੀ 100 ਕੁ ਕਦਮ ਤੇ ਬੰਦਾ ਘਾਟ ਹੈ ਅਤੇ ਇਸ ਤੋਂ 400-500 ਕਦਮ ਤੇ ਗੌਤਮ ਘਾਟ ਹੈ। ਇੱਥੇ ਇੱਕ ਬਹੁਤ ਪੁਰਾਣਾ ਬੋਹੜ ਦਾ ਰੁੱਖ ਹੈ ਜਿਸ ਦੇ ਹੇਠ ਇੱਕ ਪੁਰਾਣੀ ਗੁਫਾ ਹੈ। ਕਈ ਵਾਰੀ ਸੰਤ ਜੀ ਇਨ੍ਹਾਂ ਇਕਾਂਤ ਸਥਾਨਾਂ ਵਿੱਚ ਜਾ ਨਿਕਲਦੇ ਅਤੇ ਉੱਥੇ ਹੀ ਨਾਮ ਸਿਮਰਨ ਦੇ ਰੰਗ ਵਿੱਚ ਮਸਤ ਹੋ ਜਾਂਦੇ। ਕਈ ਵਾਰੀ ਸੰਤ ਜੀ ਗੌਤਮ ਘਾਟ ਤੇ ਤਪ ਕਰ ਰਹੇ ਸਨ। ਜਦ ਪ੍ਰੇਮੀ ਪ੍ਰਸ਼ਾਦ ਲੈ ਕੇ ਗਿਆ ਤਦ ਕੀ ਦੇਖਦਾ ਹੈ ਕਿ ਸੰਤ ਜੀ ਮਹਾਰਾਜ ਦੇ ਸਾਹਮਣੇ
एक बड़ा भारी फनियर नाग फन खिलारी खड़ा है, मानो दर्शन करके नाम रस विच मगन है। प्रेमी पहला तां डरिया पर फिर प्रसाद लै गया। जद नेड़े पहुंचा तद सरब चला गया। संत जी महाराज ने नेत्र खोले अते आख्या कि प्रेमी दर्शन देण आया सी। बंदा घाट ते भी जिथे के गुरु गोबिंद सिंह जी ने माधोदास बैरागी दा मान भंग करके उस नूं अपना सेवक बना पंजाब वल ਜ਼ਾਲਮਾਂ ਨੂੰ ਆਪਣੇ ਕਰਮਾਂ ਦਾ ਫਲ ਭੁਗਤਾਉਣ ਵਾਸਤੇ ਭੇਜਿਆ ਸੀ। ਸੰਤ ਜੀ ਕਈ ਵਾਰ ਸਤਿਗੁਰੂ ਕਲਗੀਆਂ ਵਾਲੇ ਜੀ ਦੇ ਚਰਨਾਂ ਦਾ ਧਿਆਨ ਲਾਏ ਸਮਾਧੀ ਸਥਿਤ ਰਹਿੰਦੇ। ਦਾਸ ਨੂੰ ਸੰਤ ਜੀ ਮਹਾਰਾਜ ਨੇ ਇਹ ਸਾਖੀਆਂ ਆਪ ਸੁਣਾਈ ਸੀ। ਭੁੱਲ ਚੁੱਕ ਲਈ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।